ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਅੱਜ ਲੈ ਕੇ ਆਏ ਹਾਂ ਨਾਵਲ ਸਭ ਕੁਝ ਠੀਕ ਹੋਣ ਦੀ ਉਮੀਦ ਦਾ ਭਾਗ ਤੀਜਾ। ਲਾਡੋ ਦੀ ਸਹੇਲੀ ਅੱਜ ਦੂਸਰੇ ਦਿਨ ਹੀ ਛੁੱਟੀ ਮਾਰ ਗਈ ਸੀ। ਲਾਡੋ ਥੋੜ੍ਹੀ ਦੇਰ ਬੱਸ ਅੱਡੇ ਤੇ ਬੈਠੀ ਰਹੀ ਤੇ ਸੋਚਦੀ ਜਦੋਂ ਬੱਸ ਆਈ ਤਾਂ ਇਕੱਲੀ ਹੀ ਬੱਸ ਵਿੱਚ ਬੈਠ ਗਈ। ਬੱਸ ਵਿੱਚ ਬੈਠੀ ਦੇ ਰਾਤ ਜੋ ਮਾਤਾ ਨੇ ਉਸ ਨੂੰ ਗੱਲਾਂ ਸਮਝਾਈਆਂ ਸੀ ਉਹ ਵੀ ਕੰਨਾਂ ਵਿੱਚ ਚੁੱਭ ਰਹੀਆਂ ਸੀ। ਉੱਧਰ ਦੂਜੇ ਪਾਸੇ ਮਣੀ ਦੇ ਘਰ ਦਾ ਕਾਂ ਸਵੇਰ ਦਾ ਬਨੇਰੇ ਉੱਤੇ ਬੈਠਾ ਹੋਇਆ, ਜਿਵੇਂ ਘਰ ਵਿੱਚ ਪ੍ਰਾਹੁਣਿਆਂ ਨੇ ਆਉਣਾ ਹੋਵੇ। ਮਾਂ ਵੀ ਹਲੇ ਰੋਟੀ ਬਣਾਉਣ ਲੱਗੀ ਹੀ ਸੀ ਕਿ ਪੇੜਾ ਹੱਥੋਂ ਦੀ ਗਿਰ ਪਿਆ। ਇੰਨੇ ਨੂੰ ਬਾਹਰੋਂ ਆਵਾਜ਼ ਆਈ, ਲੰਬਰਦਾਰ ਘਰੇ ਹੀ ਹੈ? ਚੌਂਕੇ ਵਿੱਚ ਬੈਠੀ ਮਾਂ ਭੱਜੀ ਜਦ ਗੇਟ ਤੇ ਆਈ ਤਾਂ ਉਸਨੇ ਜਵਾਬ ਦਿੱਤਾ, ਨਹੀਂ ਭਰਾ ਜੀ, ਖੇਤਰ ਨੂੰ ਗਏ ਸੀ, ਹਾਲੇ ਤੱਕ ਆਏ ਨਹੀਂ। ਬਾਹਰ ਆਇਆ ਆਦਮੀ ਕਹਿੰਦਾ, ਕੋਈ ਨਾ, ਮੈਂ ਵੀ ਖੇਤਰ ਵੱਲ ਚੱਲਿਆ ਤੇ ਮੈਂ ਉਸ ਨੂੰ ਉੱਥੇ ਹੀ ਮਿਲ ਲਵਾਂਗਾ। ਲਾਡੋ ਦੀ ਬੱਸ ਜਦੋਂ ਕਾਲਜ 'ਚ ਆਈ, ਮਣੀ ਤੋਂ ਇਲਾਵਾ ਉਸਦੇ ਦੋਵੇਂ ਯਾਰ ਗੇਟ ਤੇ ਖੜੇ ਸਿਗਰਟਾਂ ਪੀ ਰਹੇ ਸੀ। ਲਾਡੋ ਨੀਵੀਂ ਪਾ ਕੇ ਉਹਨਾਂ ਕੋਲੋਂ ਗਈ ਤੇ ਕਲਾਸ ਦੇ ਵਿੱਚ ਜਾ ਕੇ ਬੈਠ ਗਈ। ਜਦੋਂ ਕਲਾਸ ਸ਼ੁਰੂ ਹੋਈ ਤਾਂ ਅਧਿਆਪਕ ਨੇ ਜਦੋਂ ਸਾਰੇ ਬੱਚਿਆਂ ਦਾ ਕੰਮ ਚੈੱਕ ਕੀਤਾ ਤਾਂ ਲਾਡੋ ਦਾ ਕੰਮ ਸਭ ਤੋਂ ਸਾਫ਼ ਸੁਥਰਾ ਤੇ ਵਧੀਆ ਸੀ, ਜਿਸ ਕਰਕੇ ਮਾਸਟਰ ਨੇ ਵੀ ਉਸ ਨੂੰ ਪੂਰੀ ਕਲਾਸ ਦੇ ਵਿੱਚ ਉਸ ਦੀ ਪ੍ਰਸ਼ੰਸਾ ਕੀਤੀ। ਲਾਡੋ ਆਪਣੇ ਆਪ ਤੇ ਮਾਣ ਮਹਿਸੂਸ ਤਾਂ ਕਰ ਰਹੀ ਸੀ, ਪਰ ਉਸ ਨੂੰ ਮਣੀ ਦੀਆਂ ਉਡੀਕਾਂ ਵੀ ਬਹੁਤ ਜ਼ਿਆਦਾ ਸੀ। ਵਾਰ-ਵਾਰ ਉਹ ਪਿੱਛੇ ਮੁੜ ਕੇ ਦੇਖ ਰਹੀ ਸੀ ਅਤੇ ਮਣੀ ਨੂੰ ਕਲਾਸ ਦੇ ਵਿੱਚ ਲੱਭ ਰਹੀ ਸੀ। ਦੂਜੇ ਪਾਸੇ ਚਾਚਾ ਤੇ 5-10 ਜਾਣੇ ਮਣੀ ਦੇ ਪਿਓ ਨੂੰ ਚੱਕੀ ਲਿਆ ਰਹੇ ਸੀ। ਹਲੇ ਘਰ ਦੇ ਅੰਦਰ ਵੜੇ ਹੀ ਸੀ ਕਿ ਮਣੀ ਦੀ ਮਾਂ ਪਰਸੋਂ ਹੀ ਲਿਆਈ ਬਾਜ਼ਾਰੋਂ ਚੂੜੀਆਂ ਪਾਵੇ ਤੇ ਮਾਰ ਕੇ ਤੋੜ ਦਿੱਤੀਆਂ। ਸਾਬਕਾ ਲੰਬੜਦਾਰ ਸਰਦਾਰ ਸੁਰਮੁਖ ਸਿੰਘ ਸਲਫਾਸ ਦੀਆਂ ਗੋਲੀਆਂ ਖਾ ਕੇ ਚੜ੍ਹਾਈ ਕਰ ਗਿਆ ਹੈ। ਕਿਰਪਾ ਕਰਕੇ ਘਰੇ ਜਾਓ ਤੇ ਸੰਸਕਾਰ ਦਾ ਇੰਤਜ਼ਾਮ ਕਰੋ। ਪਿੰਡ ਦੇ ਗੁਰਦੁਆਰੇ ਵਿੱਚੋਂ ਐਵੇਂ ਦੀ ਲੋਸਮੈਂਟ ਹੋਈ। ਰੌਲਾ ਜਿਹਾ ਸੁਣ ਕੇ ਮਣੀ ਵੀ ਉੱਠਿਆ ਤੇ ਬਾਹਰ ਦੇਖਿਆ, ਬਹੁਤ ਭਾਰੀ ਇਕੱਠ ਹੋਇਆ ਪਿਆ। ਬਾਪ ਨੂੰ ਮੰਜੇ ਤੇ ਪਾਇਆ ਹੋਇਆ ਦੇਖ ਕੇ ਥੋੜ੍ਹਾ ਜਿਹਾ ਹੱਸਿਆ ਤੇ ਵਾਪਸ ਕਮਰੇ ਵਿੱਚ ਚਲਾ ਗਿਆ। ਕਮਰੇ ਵਿੱਚ ਜਾ ਕੇ ਉੱਚੀ ਹੱਸਿਆ ਤੇ ਕਿਹਾ, ਮੈਨੂੰ ਪੈਸੇ ਦੇਣ ਤੋਂ ਮਨਾ ਕਰਦਾ ਸੀ, ਵਧੀਆ ਹੋਇਆ ਉਹ ਮਰ ਗਿਆ। ਲਾਡੋ ਦਾ ਅੱਜ ਜਮਾਂ ਹੀ ਕਾਲਜ ਦੇ ਵਿੱਚ ਦਿਨ ਨਾ ਲੱਗਾ। ਪਿੱਛੇ ਮੁੜ ਕੇ 1000 ਵਾਰ ਦੇਖਿਆ ਹੋ। ਸੋਚ ਰਹੀ ਹੈ ਕਿਤੇ ਮਣੀ ਕੱਲ੍ਹ ਵਾਲੀ ਗੱਲ ਤੋਂ ਗੁੱਸਾ ਤਾਂ ਨਹੀਂ, ਮੈਂ ਕੁਝ ਬੋਲ ਤਾਂ ਨਹੀਂ ਗਈ ਉਸਨੂੰ, ਕਿਤੇ ਉਹਨੇ ਹੋਰ ਕਾਲਜ 'ਚ ਐਡਮਿਸ਼ਨ ਤਾਂ ਨਹੀਂ ਲੈ ਲਈ। ਐਵੇਂ ਦੇ ਕਈ ਅਣਗਿਣਤ ਸਵਾਲ ਸੋਚਦੀ ਕਾਲਜ ਤੋਂ ਘਰ ਆ ਗਈ।
ਮਣੀ ਅੰਦਰੋਂ ਅੰਦਰੀ ਖੁਸ਼ੀ 'ਚ ਸਭ ਕੁਝ ਮੂੰਹ ਲੁਕੋ ਕੇ ਪਿੰਡ ਦੇ ਬਿੱਲੇ ਬਲੈਕੀ ਕੋਲ ਗਿਆ ਤੇ ਰੱਜ ਕੇ ਸਮੈਕ ਪੀਤੀ ਤੇ ਵਾਪਸ ਘਰੇ ਆ ਕੇ ਆਪਣੇ ਕਮਰੇ ਦੇ ਵਿੱਚ ਪੈ ਗਿਆ।